ਹਾਲੇਲੂਇਆ। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਜਾਂਦੇ ਹਾਂ ਔਰ ਪਰਮੇਸ਼ਰ ਦੀਆਂ ਪਾਕ ਪਵਿੱਤਰ ਅਤੇ ਜਿਉਂਦੀਆਂ ਗੱਲਾਂ ਅੱਜ ਅਸੀਂ ਆਪਣੇ ਵਿੱਚ ਸਾਂਝੀਆਂ ਕਰਾਂਗੇ ਔਰ ਅਸੀਂ ਇਹ ਜਾਣਾਂਗੇ ਕਿ ਪਾਪ ਕੀ ਹੈ, ਪਾਪ ਕਿੱਥੋਂ ਸ਼ੁਰੂ ਹੋਇਆ ਔਰ ਪਾਪ ਦੇ ਦੁਆਰਾ ਸਾਡਾ ਜੀਵਨ ਕਿਸ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਪਾਪ ਦੇ ਦੁਆਰਾ ਕਿਸ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਅਸ਼ਾਂਤੀ ਆਉਂਦੀ ਹੈ। ਪਾਪ ਦੇ ਦੁਆਰਾ ਕਿਸ ਤਰ੍ਹਾਂ ਅਸੀਂ ਮੌਤ ਦੇ ਹੱਥਾਂ ਦੇ ਵਿੱਚ ਚਲੇ ਜਾਂਦੇ ਹਾਂ। ਪਾਪ ਦੇ ਦੁਆਰਾ ਸਾਡੇ ਜੀਵਨ ਦੇ ਵਿੱਚ ਰੋਗ, ਦੁੱਖ, ਬਿਮਾਰੀ, ਭੁੱਖਮਰੀ, ਗਰੀਬੀ, ਕਲੇਸ਼, ਮੁਕੱਦਮੇਬਾਜ਼ੀ, ਨਸ਼ਾਖੋਰੀ, ਇੱਥੇ ਤੱਕ ਕਿ ਮੌਤ ਵੀ, ਹੋਰ ਵੀ ਬਹੁਤ ਸਾਰੀਆਂ ਵਿਆਧੀਆਂ ਜੋ ਸਾਡੇ ਜੀਵਨ ਦੇ ਵਿੱਚ ਪਾਪ ਦੇ ਪ੍ਰਭਾਵ ਦੇ ਨਾਲ ਆਉਂਦੀਆਂ ਨੇ ਔਰ ਅਸੀਂ ਸਾਰੀ ਜ਼ਿੰਦਗੀ ਪਾਪਾਂ ਦੇ ਬੋਝ ਦੇ ਥੱਲੇ ਗੁਜ਼ਾਰਦੇ ਹਾਂ। ਪਰ ਅਸਲ ਦੇ ਵਿੱਚ ਇਹ ਪਾਪ ਸ਼ੁਰੂ ਕਿੱਥੋਂ ਹੋਇਆ? ਪਾਪ ਸਾਡੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਆਇਆ? ਔਰ ਦੇਖੋ, ਪਾਪ ਕੋਈ ਛੋਟੀ ਜਿਹੀ ਚੀਜ਼ ਨਹੀਂ। ਪਾਪ ਦੀ ਵਿਰਾਸਤ ਨਰਕ ਹੈ ਔਰ ਨਰਕ ਦੇ ਵਿੱਚ ਅਨੰਤ ਦੁੱਖ। ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਜੋ ਪਾਪੀ ਹੈ ਉਹ ਮੇਰੇ ਖੱਬੇ ਪਾਸੇ ਖੜਨਗੇ ਔਰ ਨਰਕ ਦੀ ਅੱਗ ਦੇ ਵਿੱਚ ਝੋਂਕੇ ਜਾਣਗੇ ਔਰ ਜਿੱਥੇ ਸਦਾ ਦਾ ਰੋਣਾ ਅਤੇ ਦੰਦਾਂ ਦਾ ਪੀਸਣਾ ਹੋਊਗਾ। ਜਿਹਦੇ ਕੰਨ ਹੋਣ ਉਹ ਸੁਣ ਲਵੇ। ਤਾਂ ਸਾਨੂੰ ਇਸ ਪਾਪ ਭਰੀ ਜ਼ਿੰਦਗੀ ਤੋਂ ਡਰ ਲੱਗਣਾ ਚਾਹੀਦਾ। ਸਾਨੂੰ ਪਾਪ ਕਰਨ ਤੋਂ ਡਰ ਲੱਗਣਾ ਚਾਹੀਦਾ ਕਿ ਸਾਨੂੰ ਇਸ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਚਾਹੀਦਾ। ਔਰ ਹੋਰ ਸਾਡੇ ਭੈਣ ਭਰਾ ਬਹੁਤ ਸਾਰੇ ਹੈ ਜਿਨ੍ਹਾਂ ਨੂੰ ਅਸੀਂ ਉਦਾਰ ਦਾ ਵਚਨ ਦਸੀਏ ਅਤੇ ਉਹਨਾਂ ਨੂੰ ਵੀ ਬਚਾਉਣ ਦੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਹਰ ਹਾਲ ਦੇ ਵਿੱਚ। ਪਰਮੇਸ਼ਵਰ ਨੇ ਆਦਮ ਨੂੰ ਮਿੱਟੀ ਲੈ ਕੇ ਬਣਾਇਆ, ਉਹਦਾ ਪੁਤਲਾ ਬਣਾਇਆ। ਪੁਤਲਾ ਬਣਾ ਕੇ ਉਹਦੇ ਵਿੱਚ ਸਵਾਸ ਫੂਕ ਕੇ ਆਪਣੀ ਆਤਮਾ ਰੱਖੀ ਔਰ ਉਹਨੂੰ ਜਿਉਂਦਾ ਕੀਤਾ ਔਰ ਫਿਰ ਉਸ ਦੇ ਨਾਲ ਇੱਕ ਮਿਲਦੀ ਜੁਲਦੀ ਉਸ ਦੀ ਪਸਲੀ ਦੇ ਵਿੱਚੋਂ ਇੱਕ ਔਰਤ ਬਣਾਈ ਔਰ ਉਹਨਾਂ ਨੂੰ ਅਦਨ ਦੇ ਬਾਗ ਦੇ ਵਿੱਚ ਛੱਡਿਆ। ਅਦਨ ਦੇ ਬਾਗ ਦੇ ਵਿੱਚ ਉਹ ਬਹੁਤ ਸਾਲਾਂ ਤੱਕ ਰਹੇ ਔਰ ਨਾ ਤਾਂ ਉਹ ਬੁੱਢੇ ਹੋਏ, ਨਾ ਕਦੇ ਬਿਮਾਰ ਹੋਏ ਔਰ ਨਾ ਹੀ ਕੋਈ ਸੰਸਾਰਿਕ ਅਭਿਲਾਸ਼ਾ ਉਹਨਾਂ ਦੇ ਮਨ ਦੇ ਵਿੱਚ ਸੀ। ਪਰ ਕਲਯੁਗ ਨੇ ਆ ਕੇ ਸੱਪ ਦੇ ਰੂਪ 'ਚ ਉਹਨਾਂ ਨੂੰ ਭਰਮਾਇਆ ਔਰ ਔਰਤ ਨੇ ਪਾਪ ਕੀਤਾ। ਪਾਪ ਦਾ ਫਲ ਖਾਧਾ, ਮਾफ़ ਕਰਨਾ ਜੀ, ਔਰ ਅੱਧਾ ਆਪਣੇ ਉਸ ਆਦਮੀ ਨੂੰ ਖਵਾਇਆ। ਤਾਂ ਦੋਵਾਂ ਦੀਆਂ ਜੋ ਸੰਸਾਰਿਕ ਅੱਖਾਂ ਸੀ ਖੁੱਲ੍ਹੀਆਂ, ਪਰਮਾਤਮਾ ਦੀ ਜੋ ਲੀਨਤਾ ਸੀ ਉਹਨਾਂ ਦੇ ਵਿੱਚੋਂ ਜਾਂਦੀ ਰਹੀ। ਔਰ ਜਦੋਂ ਉਹਨਾਂ ਦੋਹਾਂ ਨੇ ਸਰੀਰਿਕ ਰੂਪ 'ਤੇ ਪਾਪ ਕੀਤਾ ਤਾਂ ਪਰਮੇਸ਼ਵਰ ਨੂੰ ਗੁੱਸਾ ਆਇਆ। ਪਰਮੇਸ਼ਵਰ ਨੇ ਉਹਨਾਂ ਨੂੰ ਦੋਹਾਂ ਨੂੰ ਸ਼ਰਾਪ ਦਿੱਤਾ, ਮੌਤ ਔਰ ਪਾਪ ਦਾ, ਔਰ ਕਲਯੁਗ ਨੂੰ ਵੀ ਸ਼ਰਾਪ ਦਿੱਤਾ ਔਰ ਧਰਤੀ ਨੂੰ ਵੀ ਸ਼ਰਾਪ ਦਿੱਤਾ। ਤੁਹਾਡੀ ਵਜ੍ਹਾ ਦੇ ਨਾਲ ਧਰਤੀ ਵੀ ਸ਼ਰਾਪਿਤ ਹੈ ਔਰ ਪੀੜ੍ਹੀ ਦਰ ਪੀੜ੍ਹੀ ਅੱਜ 7.25 ਅਰਬ ਦੀ ਆਬਾਦੀ ਹੋ ਗਈ। ਪਰ ਉਹਨਾਂ ਦੋਹਾਂ ਦੇ ਦੁਆਰਾ ਸਾਰੀ ਦੁਨੀਆ ਦੇ ਵਿੱਚ ਪਾਪ ਫੈਲ ਗਿਆ ਔਰ ਅਸੀਂ ਉਸ ਪਾਪ ਤੋਂ ਕਿਸ ਤਰ੍ਹਾਂ ਬਚ ਸਕਦੇ ਹਾਂ? ਸਾਨੂੰ ਬਚਨ ਦੱਸਦਾ ਹੈ ਕਿ ਪਰਮੇਸ਼ਵਰ ਨੇ ਅਗਰ ਸਾਨੂੰ ਮੌਤ ਔਰ ਪਾਪ ਦਾ ਸ਼ਰਾਪ ਦਿੱਤਾ ਤਾਂ ਉਸ ਤੋਂ ਛੁਡਾਉਣ ਵਾਸਤੇ ਪਰਮੇਸ਼ਵਰ ਨੇ ਉਸ ਦਾ ਇੰਤਜ਼ਾਮ ਵੀ ਕੀਤਾ। ਪਰ ਸਾਡੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਪਰਮੇਸ਼ਵਰ ਦਾ ਵਚਨ ਕੰਮ ਕਰਦਾ ਹੈ ਔਰ ਅਸੀਂ ਜੋ ਹਾਂ ਪਰਮੇਸ਼ਵਰ ਦੇ ਵਚਨ ਨੂੰ ਕਿਸ ਤਰੀਕੇ ਨਾਲ ਲੈ ਕੇ ਚੱਲਦੇ ਹਾਂ। ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਤਾਂ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਲੈ ਕੇ ਬਹੁਤ ਹੀ ਕਮਜ਼ੋਰ ਹਾਂ। ਪਰਮੇਸ਼ਵਰ ਦੀ ਪ੍ਰਾਰਥਨਾ ਦੇ ਵਿੱਚ ਬਹੁਤ ਕਮਜ਼ੋਰ ਰਹਿੰਦੇ ਹਾਂ, ਆਤਮਿਕ ਬਹੁਤ ਕਮਜ਼ੋਰ ਰਹਿੰਦੇ ਹਾਂ ਔਰ ਸਾਡੀਆਂ ਸਾਰੀਆਂ ਅਭਿਲਾਸ਼ਾਵਾਂ ਜਿਹੜੀਆਂ ਨੇ ਉਹ ਸੰਸਾਰਿਕ ਹੁੰਦੀਆਂ। ਸਾਨੂੰ ਮਕਾਨ ਚਾਹੀਦਾ, ਸਾਨੂੰ ਘਰ ਚਾਹੀਦਾ, ਸਾਨੂੰ ਗੱਡੀ ਚਾਹੀਦੀ ਹੈ, ਸਾਨੂੰ ਬੈਂਕ ਬੈਲੈਂਸ ਚਾਹੀਦਾ, ਸਾਡਾ ਲਿਵਿੰਗ ਸਟੈਂਡਰਡ ਹਾਈ ਹੋਣਾ ਚਾਹੀਦਾ। ਤਾਂ ਉਸ ਦੇ ਲਈ ਅਸੀਂ ਪਾਪ ਕਰਦੇ ਹਾਂ, ਠੱਗੀਆਂ ਕਰਦੇ ਹਾਂ, ਕਮਿਸ਼ਨਖੋਰੀ ਕਰਦੇ ਹਾਂ ਔਰ ਘਟੀਆ ਸਮਾਨ ਵੇਚਦੇ ਹਾਂ, ਨਕਲੀ ਸਮਾਨ ਵੇਚਦੇ ਹਾਂ।
और बहुत ਸਾਰੀਆਂ ਮਤਲਬ ਗੱਲਾਂ ਨੇ ਜੋ ਅਸੀਂ ਜੀਵਨ ਦੇ ਵਿੱਚ ਕਰਦੇ ਹਾਂ। ਬਚਨ ਦੀ ਪਰਵਾਹ ਨਹੀਂ ਕਰਦੇ, ਪਰਮੇਸ਼ਵਰ ਦੀਆਂ ਗੱਲਾਂ ਦੀ ਪਰਵਾਹ ਨਹੀਂ ਕਰਦੇ, ਪ੍ਰਾਰਥਨਾ ਨਹੀਂ ਕਰਦੇ। ਔਰ ਜੋ ਨਵੇਂ ਲੋਕ ਹੈ ਵਿਚਾਰੇ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਪਾਪ ਕਿੱਥੋਂ ਆਇਆ ਔਰ ਪਾਪ ਤੋਂ ਛੁਟਕਾਰਾ ਕਿਸ ਤਰੀਕੇ ਨਾਲ ਹੋਣਾ ਸੰਭਵ ਹੈ। ਮੈਂ ਤੁਹਾਨੂੰ ਇੱਕ ਉਦਾਹਰਣ ਦੇ ਕੇ ਦੱਸਣਾ ਚਾਹੁੰਦਾ ਕਿ ਜੋ ਪਾਪ ਅਸੀਂ ਕਰਦੇ ਹਾਂ ਉਹ ਕਿਸ ਤਰੀਕੇ ਦੇ ਨਾਲ ਸਾਡੇ ਜੀਵਨ ਦੇ ਵਿੱਚ ਆਉਂਦਾ। ਜਿਵੇਂ ਕਿ ਇੱਕ ਰਾਜਾ ਸੀ, ਉਸਨੇ ਆਪਣੀ ਪ੍ਰਜਾ ਦੇ ਵਿੱਚ ਐਲਾਨ ਕਰਾਇਆ ਕਿ ਜੋ ਕੋਈ ਸ਼ਖਸ ਮੈਨੂੰ ਸਾਰੀ ਰਾਤ ਇੱਕ ਕਹਾਣੀ ਸੁਣਾਊਗਾ ਔਰ ਸੌਂਗਾ ਵੀ ਨਹੀਂ, ਔਰ ਉਹਦੀ ਕਹਾਣੀ ਦਿਨ ਚੜ੍ਹਨ ਤੋਂ ਪਹਿਲਾਂ ਖ਼ਤਮ ਵੀ ਨਹੀਂ ਹੋਣੀ ਚਾਹੀਦੀ, ਔਰ ਦੋਨਾਂ ਦੇ ਵਿੱਚੋਂ ਕੋਈ ਵੀ ਇੱਕ ਗੱਲ ਹੋਈ ਤਾਂ ਮੈਂ ਉਸ ਨੂੰ ਕਤਲ ਕਰਵਾ ਦਿਆਂਗਾ। ਤਾਂ ਉਸ ਦੇ ਲਈ ਕੋਈ ਵੀ ਬੰਦਾ ਤਿਆਰ ਨਹੀਂ ਹੋ ਰਿਹਾ ਸੀ, ਪਰ ਇੱਕ ਸ਼ਖਸ ਨੇ ਕਿਹਾ ਕਿ ਮਹਾਰਾਜ ਮੈਂ ਇਹ ਕਰ ਸਕਦਾ। ਤਾਂ ਉਹਨੂੰ ਸ਼ਰਤਾਂ ਦੱਸੀਆਂ ਗਈਆਂ, ਉਹਨੇ ਸ਼ਰਤਾਂ ਸੁਣੀਆਂ, ਕਬੂਲ ਕੀਤੀਆਂ ਔਰ ਰਾਤ ਨੂੰ ਰਾਜਾ ਦੇ ਬੈਡਰੂਮ ਦੇ ਵਿੱਚ ਪਹੁੰਚ ਗਿਆ ਔਰ ਰਾਜਾ ਨੂੰ ਉਸਨੇ ਕਹਾਣੀ ਸੁਣਾਉਣੀ ਸ਼ੁਰੂ ਕੀਤੀ। ਕਹਿੰਦਾ ਮਹਾਰਾਜ, ਇੱਕ ਕਣਕ ਦਾ ਬਹੁਤ ਵੱਡਾ ਕੋਠਾ ਜਿਹੜਾ ਕਮਰਾ ਸੀ ਉਹ ਭਰਿਆ ਹੋਇਆ ਸੀ ਔਰ ਉਸ ਦੇ ਵਿੱਚ ਇੱਕ ਸੁਰਾਖ ਸੀਗਾ ਔਰ ਉਸ ਸੁਰਾਖ ਦੇ ਵਿੱਚ ਇੱਕ ਚਿੜੀ ਆਈ ਔਰ ਉਹਦੇ ਵਿੱਚੋਂ ਇੱਕ ਦਾਣਾ ਉਸਨੇ ਚੱਕਿਆ ਅਤੇ ਲੈ ਕੇ ਫੁਰ ਹੋ ਗਈ। ਰਾਜਾ ਕਹਿੰਦਾ ਠੀਕ ਹੈ, ਅੱਗੇ ਚੱਲ। ਫਿਰ ਕਹਿੰਦਾ ਜੀ ਚਿੜੀ ਆਈ, ਦਾਣਾ ਲੈ ਗਈ, ਫੁਰ ਹੋ ਗਈ। 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 ਰਾਜਾ ਕਹਿੰਦਾ ਬਈ ਅੱਗੇ ਵੀ ਬੋਲ। ਕਹਿੰਦਾ ਮਹਾਰਾਜ ਦਾਣਾ ਕੋਠਾ ਦਾਣਿਆਂ ਦਾ ਭਰਿਆ ਹੋਇਆ। ਹੁਣ ਚਿੜੀ ਜਿੰਨਾ ਚਿਰ ਦਾਣਾ ਚੱਕੀ ਜਾਂਦੀ ਹੈ, ਫੁਰ ਹੋਈ ਜਾਂਦੀ ਹੈ, ਉਹ ਅੱਗੇ ਕੁਛ ਕਰੂਗੀ ਤਾਂ ਮੈਂ ਤੁਹਾਨੂੰ ਅੱਗੇ ਸੁਣਾਊਂਗਾ ਕਿ ਉਸ ਚਿੜੀ ਨੇ ਕੀ ਕੀਤਾ। ਜਿੰਨਾ ਚਿਰ ਚਿੜੀ ਦਾਣਾ ਲੈ ਕੇ ਫੁਰ ਹੋ ਰਹੀ ਹੈ ਉਹਨਾਂ ਚਿਰ ਤਾਂ ਫੁਰ ਹੀ ਹੋਣੀ ਹੈ। ਤਾਂ ਉਸ ਨੇ ਚਿੜੀ ਦਾਣਾ ਲੈ ਕੇ ਫੁਰ ਹੋ ਗਈ, ਕਰਦੇ ਨੇ ਦਿਨ ਚੜ੍ਹਾਤਾ ਔਰ ਰਾਜਾ ਨੇ ਉਸ ਨੂੰ ਉਸ ਦਾ ਇਨਾਮ ਦਿੱਤਾ। ਤਾਂ ਹੁਣ ਅਸਲ ਦੇ ਵਿੱਚ ਅਸੀਂ ਜੋ ਇਸ ਪਰਮੇਸ਼ਵਰ ਦੇ ਬਚਨਾਂ ਦੇ ਵਿੱਚ ਜੋ ਚਿੜੀ ਦਾ ਇਸਤੇਮਾਲ ਕਰ ਰਹੇ ਹਾਂ, ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਚਿੜੀ ਜੋ ਹੈ ਇੱਕ ਸ਼ੈਤਾਨ ਹੈ। ਜੋ ਵਚਨ ਅਸੀਂ ਬੀਜਦੇ ਹਾਂ, ਵਚਨ ਦਾ ਦਾਣਾ ਅਸੀਂ ਬੀਜਦੇ ਹਾਂ, ਉਸ ਨੂੰ ਲੈ ਕੇ ਫੁਰ ਹੋ ਜਾਂਦੀ ਹੈ ਔਰ ਲਗਾਤਾਰ ਉਸ ਦੀ ਇਹ ਡਿਊਟੀ ਹੈ ਔਰ ਉਹ ਬੜੀ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰ ਰਹੀ ਹੈ। ਸ਼ੈਤਾਨ ਬੜੀ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰ ਰਿਹਾ। ਅਸੀਂ ਜੋ ਬੀਜਦੇ ਹਾਂ ਉਹਨੂੰ ਲੈ ਕੇ ਫੁਰ ਹੋ ਜਾਂਦਾ ਹੈ। ਅਸੀਂ ਜੋ ਬੀਜਦੇ ਹਾਂ ਉਹਨੂੰ ਲੈ ਕੇ ਫੁਰ ਹੋ ਜਾਂਦਾ ਹੈ। ਅਸੀਂ ਜੋ ਸਾਡੇ ਅੰਦਰ ਬੀਜ ਰੱਖਦੇ ਹਾਂ ਉਸ ਨੂੰ ਵੀ ਲੈ ਕੇ ਫੁਰ ਹੋ ਜਾਂਦਾ ਹੈ। ਤਾਂ ਅਸੀਂ ਵਚਨ ਸਾਡੇ ਅੰਦਰ ਘਰ ਨਹੀਂ ਕਰ ਪਾਉਂਦਾ, ਉਸ ਨੂੰ ਅੱਛੀ ਜ਼ਮੀਨ ਨਹੀਂ ਮਿਲਦੀ, ਤਾਂ ਇਸ ਕਰਕੇ ਉਹ ਅੱਛਾ ਪਣਪਦਾ ਵੀ ਨਹੀਂ, ਉਗਦਾ ਵੀ ਨਹੀਂ, ਵੱਧਦਾ ਵੀ ਨਹੀਂ, ਫਲ ਵੀ ਨਹੀਂ ਦਿੰਦਾ। ਤਾਂ ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦਾ ਇਸਤੇਮਾਲ ਕਰਦੇ ਹਾਂ, ਸਿਰਫ ਇੰਨਾ ਹੀ। ਸਾਨੂੰ ਕੋਈ ਮਸੀਹ ਮਿਲਿਆ ਤਾਂ ਜੈ ਮਸੀਹ ਦੀ ਭਾਈ ਜੀ, ਜੈ ਮਸੀਹ ਦੀ ਭਾਈ ਜੀ। ਇਸ ਤੋਂ ਵੱਧ ਕੇ ਸਾਡੇ ਜੀਵਨ ਦੇ ਵਿੱਚ ਕੱਖ ਨਹੀਂ ਹੁੰਦਾ। ਔਰ ਜਦੋਂ ਇਸ ਤੋਂ ਵੱਧ ਕੇ ਸਾਡੇ ਜੀਵਨ ਦੇ ਵਿੱਚ ਕੱਖ ਨਹੀਂ ਹੁੰਦਾ ਤਾਂ ਸਾਡੇ ਜੀਵਨ ਦੇ ਵਿੱਚ ਬਦਲਾਵ ਵੀ ਕੱਖ ਨਹੀਂ ਹੁੰਦਾ, ਕਿਉਂਕਿ ਅਸੀਂ ਜੋ ਹਾਂ ਪਰਮਾਤਮਾ ਦਾ ਵਚਨ ਫੜਦੇ ਨਹੀਂ, ਪ੍ਰਾਰਥਨਾ ਅਸੀਂ ਕਰਦੇ ਨਹੀਂ, ਪਰਮੇਸ਼ਵਰ ਦੀ ਆਗਿਆਕਾਰੀ ਅਸੀਂ ਕਰਦੇ ਨਹੀਂ, ਅਸੀਂ ਪਰਮੇਸ਼ਵਰ ਦਾ ਇਸਤੇਮਾਲ ਕਰਦੇ ਹਾਂ। ਜਦੋਂ ਸਾਡੇ 'ਤੇ ਕੋਈ ਭੀੜ ਆਉਂਦੀ ਹੈ, ਦੁੱਖ ਆਉਂਦੀ ਹੈ, ਉਦੋਂ ਅਸੀਂ ਪਾਸਟਰ ਕੋਲ ਜਾਂਦੇ ਹਾਂ, ਪਾਸਟਰ ਨੂੰ ਘਰੇ ਬੁਲਾਉਂਦੇ ਹਾਂ, ਉਦੋਂ ਅਸੀਂ ਲੇੜਨੀਆਂ ਪਾਉਂਦੇ ਹਾਂ, ਮਿੰਨਤਾਂ ਕਰਦੇ ਹਾਂ, ਪਾਸਟਰ ਸਾਹਿਬ ਕੁਛ ਵੀ ਕਰੋ, ਬਸ ਸਾਡੀ ਇੱਥੋਂ ਜਾਨ ਛੁਡਾਓ। ਮੈਂ ਪ੍ਰਭੂ ਦੇ ਚਰਨਾਂ 'ਚ ਬੈਠੂੰਗਾ, ਮੈਂ ਪ੍ਰਭੂ ਦੀ ਹਜ਼ੂਰੀ 'ਚ ਰਹੂੰਗਾ, ਮੈਂ ਪ੍ਰਾਰਥਨਾ ਕਰੂੰਗਾ, ਮੈਂ ਵਚਨ ਪੜ੍ਹੂੰਗਾ, ਮੈਂ ਅੱਗੇ ਤੋਂ ਗਲਤੀ ਨਹੀਂ ਕਰਦਾ, ਬਸ ਸਾਨੂੰ ਇੱਕ ਵਾਰੀ ਇਸ ਮੁਸੀਬਤ 'ਚੋਂ ਛੁਡਾਓ। ਪਰ ਹੁੰਦਾ ਕੀ ਹੈ, ਰੱਬ ਦਾ ਦਾਸ ਆ ਕੇ ਪ੍ਰਾਰਥਨਾ ਕਰਦਾ ਹੈ, ਪਰ ਸਾਡਾ ਵਿਸ਼ਵਾਸ ਜੋ ਹੈ, ਸਾਡਾ ਜੋ ਮਨ ਹੈ ਉਹ ਸੰਸਾਰ ਦੀਆਂ ਗੱਲਾਂ ਦੇ ਵਿੱਚ ਲੱਗਿਆ ਹੁੰਦਾ, ਤਾਂ ਵਚਨ 'ਤੇ, ਪਰਮੇਸ਼ਵਰ 'ਤੇ, ਪ੍ਰਾਰਥਨਾ 'ਤੇ ਵਿਸ਼ਵਾਸ ਦੇ ਨਾਲ ਮਨ ਨਹੀਂ ਧਰਦਾ। ਇਸ ਕਰਕੇ
ਪਾਸਟਰ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ, ਬਹੁਤ ਵਾਰੀ ਪ੍ਰਾਰਥਨਾ ਕਰਨੀ ਪੈਂਦੀ ਹੈ, ਕਿਉਂਕਿ ਉਸ ਦੌਰਾਨ ਵੀ ਸਾਡੇ ਮਨ ਦੇ ਵਿੱਚ ਜੋ ਸਰੀਰਿਕ ਔਰ ਸੰਸਾਰਿਕ ਲਾਲਸਾਵਾਂ ਹੁੰਦੀਆਂ, ਉਹਨਾਂ ਦੇ ਜ਼ਰੀਏ ਸ਼ੈਤਾਨ ਸਾਡੇ ਜੀਵਨ ਦੇ ਵਿੱਚ ਪ੍ਰਵੇਸ਼ ਕਰਦਾ ਔਰ ਸਾਡੇ ਜੀਵਨ ਦੇ ਵਿੱਚੋਂ ਵਚਨ ਨੂੰ ਚੁਰਾ ਕੇ ਲੈ ਜਾਂਦਾ ਹੈ, ਫੁਰ ਹੋ ਜਾਂਦਾ। ਪਰਮੇਸ਼ਵਰ ਨੇ ਜੋ ਸਾਨੂੰ ਦੱਸਿਆ, ਜੋ ਬਾਈਬਲ ਦੇ ਵਿੱਚ, ਕਿ ਔਰਤ ਔਰ ਆਦਮ ਨੂੰ ਜੋ ਸ਼ਰਾਪ ਦਿੱਤਾ ਸੀ ਉਸ ਦਾ ਕਾਰਨ ਕੀ ਸੀ? ਉਸ ਦਾ ਕਾਰਨ ਸੀ ਵਿਆਭਿਚਾਰੀ। ਪਰਮੇਸ਼ਵਰ ਨੇ ਉਹਨਾਂ ਨੂੰ ਸਵਰਗ ਦੇ ਵਿੱਚ ਅਦਨ ਦੇ ਬਾਗ ਦੇ ਵਿੱਚੋਂ ਇਸ ਲਈ ਕੱਢ ਦਿੱਤਾ ਕਿਉਂਕਿ ਉਹਨਾਂ ਨੇ ਪਰਮੇਸ਼ਵਰ ਦੇ ਵਿਰੁੱਧ ਸਰੀਰਿਕ ਸੰਬੰਧ ਕਾਇਮ ਕੀਤੇ, ਪਾਪ ਕੀਤਾ ਔਰ ਪਰਮੇਸ਼ਵਰ ਨੂੰ ਬੁਰਾ ਲੱਗਿਆ ਔਰ ਪਰਮੇਸ਼ਵਰ ਨੇ ਉਹਨਾਂ ਦੋਹਾਂ ਨੂੰ ਮੌਤ ਔਰ ਪਾਪ ਦਾ ਸ਼ਰਾਪ ਦੇ ਕੇ ਧਰਤੀ 'ਤੇ ਸੁੱਟ ਦਿੱਤਾ ਔਰ ਪੀੜ੍ਹੀ ਦਰ ਪੀੜ੍ਹੀ ਸਾਡੇ ਜੀਵਨ ਦੇ ਵਿੱਚ ਵੀ ਅੱਜ ਉਹੀ ਸ਼ਰਾਪ ਕੰਮ ਕਰ ਰਿਹਾ। ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਰਮੇਸ਼ਵਰ ਅਗਰ ਸਭ ਤੋਂ ਜ਼ਿਆਦਾ ਕਿਸੇ ਚੀਜ਼ ਦੇ ਨਾਲ ਨਫ਼ਰਤ ਕਰਦਾ ਹੈ ਤਾਂ ਉਹ ਹੈ ਵਿਆਭਿਚਾਰੀ। ਸਭ ਤੋਂ ਜ਼ਿਆਦਾ ਪਰਮੇਸ਼ਵਰ ਨੂੰ ਕਿਸੇ ਵੀ ਚੀਜ਼ ਤੋਂ ਇੰਨਾ ਗੁੱਸਾ ਨਹੀਂ ਆਉਂਦਾ ਜਿੰਨਾ ਕਿ ਪਰਮੇਸ਼ਵਰ ਨੂੰ ਵਿਆਭਿਚਾਰੀ ਦੇ ਕਰਨ ਵਾਲਿਆਂ 'ਤੇ ਗੁੱਸਾ ਆਉਂਦਾ। ਪਰਮੇਸ਼ਵਰ ਪਵਿੱਤਰ ਹੈ, ਉਸਨੇ ਸਾਨੂੰ ਆਪਣੇ ਸਵਰੂਪ ਦੇ ਵਿੱਚ ਬਣਾਇਆ। ਪ੍ਰਭੂ ਨੇ ਕਿਹਾ, आओ हम मनुष्य को अपने स्वरूप में बनाएं। परमेश्वर पाप रहित है और परमेश्वर ये चाहता कि तुसी पाप ना करो, पवित्र बनो। तो परमेश्वर का वचन रोमियो अध्याय 6 ਉਹਦੇ 23 लिखा है कि पाप की मजदूरी तो मृत्यु है लेकिन प्रभु यीशु मसीह में अनंत जीवन है। ਤਾਂ ਜੋ ਵਿਆਭਿਚਾਰੀ ਹੈ ਉਹ ਸਾਡੇ ਜੀਵਨ ਦੇ ਵਿੱਚ ਇੱਕ ਬਹੁਤ ਬੜਾ ਪਾਪ ਹੈ ਜਿਸ ਦੇ ਨਾਲ ਪਰਮੇਸ਼ਵਰ ਬਹੁਤ ਨਫ਼ਰਤ ਕਰਦਾ ਹੈ। ਤੁਸੀਂ ਇਸ ਗੱਲ ਨੂੰ ਥੋੜ੍ਹਾ ਗੌਰ ਕਰੋ ਕਿ ਇੱਕ ਔਰਤ ਔਰ ਇੱਕ ਆਦਮੀ ਨੇ ਇੱਕ ਵਾਰ ਪਾਪ ਕੀਤਾ ਔਰ ਅੱਜ 7.25 ਅਰਬ ਲੋਕ ਉਸ ਦਾਸ ਪਰਮੇਸ਼ਵਰ ਦੇ ਸ਼ਰਾਪ ਨੂੰ, ਗੁੱਸੇ ਨੂੰ ਭੁਗਤ ਰਹੇ ਹੈ। ਲੋਕ ਪਾਪ ਦੇ ਵਿੱਚ ਜੀਵਨ ਜੀ ਰਹੇ ਹੈ, ਮੌਤ ਦੇ ਨਾਲ ਮਰ ਰਹੇ ਨੇ, ਸੰਕਟ ਭਰਿਆ ਜੀਵਨ ਸਿਰਫ ਇੱਕ ਵਾਰ ਵਿਆਭਿਚਾਰ ਕਰਨ ਦੇ ਨਾਲ। ਤਾਂ ਜੋ ਲੋਕ ਬਾਰ-ਬਾਰ ਵਿਆਭਿਚਾਰੀ ਕਰਦੇ ਨੇ, ਪਤੀ ਜੋ ਹੈ ਆਪਣੀ ਪਤਨੀ ਤੋਂ ਚੋਰੀ ਬਾਹਰ ਵਿਆਭਿਚਾਰੀ ਕਰਦਾ ਹੈ, ਪਤਨੀ ਆਪਣੇ ਪਤੀ ਤੋਂ ਚੋਰੀ ਬਾਹਰ ਵਿਆਭਿਚਾਰੀ ਕਰਦੇ ਔਰ ਬਾਰ-ਬਾਰ ਕਰਦੇ, ਤਾਂ ਪਰਮੇਸ਼ਵਰ ਉਹਨਾਂ ਦੇ ਉੱਤੇ ਕਿੰਨਾ ਕੁ ਕ੍ਰੋਧਿਤ ਹੋਏਗਾ। ਇੱਕ ਵਾਰ ਪਾਪ ਕਰਨ ਤੋਂ ਪਰਮੇਸ਼ਵਰ ਨੇ ਅੱਜ ਸਦੀਆਂ ਬੀਤ ਗਈਆਂ, ਯੁੱਗ ਬੀਤ ਗਏ, ਪਰਮੇਸ਼ਵਰ ਦਾ ਗੁੱਸਾ ਠੰਡਾ ਨਹੀਂ ਹੋਇਆ ਸਿਰਫ ਇੱਕ ਵਾਰ ਵਿਆਭਿਚਾਰੀ ਕਰਨ ਦੇ ਨਾਲ। ਵਿਆਭਿਚਾਰੀ ਸਾਡੀ ਮਤੀ ਨੂੰ ਭ੍ਰਸ਼ਟ ਕਰਦਾ ਹੈ, ਸਾਡੇ ਵਿੱਚੋਂ ਪਰਮੇਸ਼ਵਰ ਦੇ ਵਚਨਾਂ ਨੂੰ ਕੱਢ ਕੇ ਬਾਹਰ ਸੁੱਟ ਦਿੰਦਾ। ਪਰਮੇਸ਼ਵਰ ਦੀ ਪ੍ਰਾਰਥਨਾ ਸਾਡੇ ਜੀਵਨ ਦੇ ਵਿੱਚ ਕੰਮ ਨਹੀਂ ਕਰਦੀ ਕਿਉਂਕਿ ਅਸੀਂ ਆਤਮਿਕ ਤੌਰ 'ਤੇ ਪ੍ਰਾਰਥਨਾ ਕਰਦੇ ਨਹੀਂ, ਅਸੀਂ ਜੀਭ ਦੇ ਨਾਲ ਪ੍ਰਾਰਥਨਾ ਕਰਦੇ ਹਾਂ, ਅਸੀਂ ਆਤਮਾ ਦੇ ਨਾਲ ਪ੍ਰਾਰਥਨਾ ਨਹੀਂ ਕਰਦੇ। ਔਰ ਫਿਰ ਪਰਮੇਸ਼ਵਰ ਨੇ ਇੰਨੀ ਨਫ਼ਰਤ ਕੀਤੀ ਵਿਆਭਿਚਾਰੀ ਦੇ ਨਾਲ, ਇੰਨੀ ਨਫ਼ਰਤ ਕੀਤੀ ਵਿਆਭਿਚਾਰੀ ਦੇ ਨਾਲ ਕਿ ਪਰਮੇਸ਼ਵਰ ਜੋ ਪ੍ਰਭੂ ਯੀਸ਼ੂ ਮਸੀਹ ਦੇ ਰੂਪ ਦੇ ਵਿੱਚ ਧਰਤੀ 'ਤੇ ਦੇਹਧਾਰੀ ਹੋ ਕੇ ਆਏ, ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਕਿ ਜਿਸ ਨੇ ਰਾਹ ਜਾਂਦੀ ਔਰਤ ਨੂੰ ਬੁਰੀ ਨਜ਼ਰ ਨਾਲ ਦੇਖਿਆ ਤਾਂ ਸਮਝੋ ਉਸਨੇ ਵਿਆਭਿਚਾਰ ਕਰ ਦਿੱਤਾ। ਔਰ ਅਗਰ ਸਰੀਰਿਕ ਤੌਰ 'ਤੇ ਕਰੇ ਤਾਂ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਕਿੰਨਾ ਵੱਡਾ ਗੁਨਾਹ ਹੈ। ਲੇਕਿਨ ਪਰਮੇਸ਼ਵਰ ਨੇ ਸਾਡੇ 'ਤੇ ਤਰਸ ਖਾਧਾ, ਸਾਡੇ 'ਤੇ ਵੱਡਾ ਫਜ਼ਲ ਕੀਤਾ, ਅਨੁਗ੍ਰਹਿ ਕੀਤਾ। ਉਹ ਅਕਾਲ ਪੁਰਖ ਸਰਵ ਸ਼ਕਤੀਮਾਨ ਯਹੋਵਾ ਪਰਮੇਸ਼ਵਰ ਖੁਦ ਦੇਹਧਾਰੀ ਹੋ ਕੇ ਸਾਡੇ ਵਿੱਚ ਆਇਆ ਔਰ ਆਪਣੀ ਦੇਹ ਦਾ ਬਲਿਦਾਨ ਚੜ੍ਹਾ ਕੇ, ਆਪਣੀ ਦੇਹ ਕੁਰਬਾਨ ਕਰਕੇ, ਆਪਣਾ ਪਾਕ ਪਵਿੱਤਰ ਲਹੂ ਬਹਾ ਕੇ ਸਾਡੇ ਲਈ ਕਬਰ ਦੇ ਵਿੱਚ ਜਾ ਕੇ ਮਰ ਕੇ ਤੀਜੇ ਦਿਨ ਜਿਉਂਦਾ ਹੋ ਕੇ
परमेश्वर ने साडे उन्हां गुनाहां नूं माफ़ कीता। परमेश्वर कहंदा जो कोई विश्वास करके मेरे कोल आऊगा उसके पाप क्षमा किए जाणगे। पाप की वजह दे नाल ही असी मौत का शिकार हुंदे हैं और पाप की वजह दे नाल ही असी नरक के भागीदार बनते हैं। तो सानू की समझना चाहिए, वो जो चिड़ी सीगी दाना लैके फुर हो गई, वो दाना परमेश्वर का पाक पवित्र वचन है जो शैतान लैके फुर हो गया। असी खाली हो गए। बाइबल साढ़े हत्थ दे विच हुंदी है पर सानू उहदे वचन समझ नहीं आउंदे। क्यों नहीं आउंदे? क्योंकि असी आत्मिक तौर ते तां सुत्ते होए हैं। जिन्ना चਿਰ असी आत्मा दे नाल जागदे नहीं और पवित्र वचन जिसनूं सिर्फ आत्मा ही समझ सकती है वो सानू समझ आ नहीं सकते। असी बहुत कोशिश करते हैं, बहुत प्रयास करते हैं, बहुत सारे पास्टरां कोलों असी प्रार्थनावां करवाउने आ। रब दा दास ईमानदारी दे नाल साडे घर दे विच आउंदा, पर असी उस दे अगे गंदगी दे विच लिबड़े होए और साडी धार्मिकता चिथड़े चिथड़े होए वे उस दे सामने बैठी हुंदी है और असी अपने आप नूं प्रभु यीशु मसीह दे लहू दे द्वारा शुद्ध नहीं करते, प्रभु यीशु मसीह दी पवित्र आत्मा नूं ग्रहण नहीं करते कि साडा जीवन शुद्ध हो जाए। और ना असी प्रार्थना करके सिद्ध बनते हैं। प्रभु यीशु मसीह ने कहा कि प्रार्थना कर और सिद्ध बन, और सिद्धता तक असी पहुँचते नहीं क्योंकि वचन साडे अंदर नहीं। जब तक साडे अंदर वचन नहीं जाता तद तक असी प्रार्थना दे विच नहीं बैठ सकते। प्रार्थना दे विच अगर बैठांगे भी तां जीव दे द्वारा साडे कोलों प्रार्थना होएगी और आत्मा दे द्वारा नहीं होगी। यही कारण है कि असी कई बार सोचते हैं कि प्रभु जी ने तो कहा कि तेरी 2 मिनट की प्रार्थना भी सुनी जाऊगी, मैं 2-2 घंटे करदा, मेरी फिर भी नहीं सुनदा। की कारण है कि जीव दे नाल बक-बक कीती 2 घंटे, आत्मा दे नाल 2 मिनट प्रार्थना नहीं कीती, रोया नहीं, गिड़गिड़ाया नहीं, तड़प नहीं पैदा की। उस परमात्मा ने जो साडे नाल इन्ना प्रेम रखा कि उन्हें आपदी जान दे दी। सर्वशक्तिमान परमेश्वर ने साडे नाल इन्ना प्रेम रखा कि उन्हें आपदा इकलौता पुत्र दे दिता। रिप्लाई नहीं हो रहा, असी भी उस परमेश्वर नूं जो साडे वास्ते जान दिंदा है उस दे नाल प्रेम नहीं रखते। कोई भी बंदा अज तक प्रभु यीशु मसीह की चर्च दे विच, प्रभु यीशु मसीह के भवन दे विच परमेश्वर की गल नूं सुन के उद्धार वास्ते नहीं गया कि मैं प्रभु यीशु मसीह दे दर ते आया हाँ, प्रभु यीशु मसीह नूं कबूल करदा कि मेरा उद्धार हो जाए। बिल्कुल नहीं। जिस दे सारे रास्ते बंद हो जाते हैं, जिस दी जेब बिल्कुल खाली हो जाती है, बाबे तंत्र मंत्र कलाम इल्म करने वाले सब फेल हो जाते हैं, डॉक्टर फेल हो जाते हैं, और बिल्कुल जदों खाली हो जाता है उदों कोई रास्ता नज़र नहीं आता तो उदों कोई दसदा है कि भाई बचना तो चर्च चला जा, और उत्थे जाके अपना दुखड़ा रोंदा है। की कहंदा जी मैनू तो भूतां प्रेतां ने परेशान कर रखा, मैनू तो जी बीमारी ने परेशान कर रखा, मेरा तो जी सारा पैसा मुकदमे च खर्च हो गया, मेरे तो जी घरों झगड़ा नहीं जाता। तो असी उत्थे जाके प्रभु यीशु मसीह नूं ग्रहण करते हाँ अपने स्वार्थ दे लई, परमेश्वर दे उस उद्देश्य वास्ते नहीं जिस दे लई परमेश्वर ने स्वर्ग छड्ड के धरती ते आया, साडे नाल मेल मिलाप कीता कि तुसीं मेरे कोल आओ कि तुहाडे पाप माफ़ कीते जाण, कि तुहाडा उद्धार करूँगा। परमेश्वर दे उस वचन नूं असी बिल्कुल नज़रअंदाज करते हैं, जिहड़ा वचन परमेश्वर ने कहा कि जीवन मार्ग ते सच मैं हाँ। ना सानू जीवन का पता है, ना सानू राह का पता है, ना सानू सच का पता है। सिर्फ और सिर्फ असी प्रभु यीशु मसीह नूं आपदियां जरूरतां दे लई इस्तेमाल करते हैं। जिस बंदे ने प्रभु यीशु मसीह नूं मन आत्मा दे नाल, प्रभु यीशु मसीह ने कहा तू सारे मन सारे प्राण सारी शक्ति के साथ मुझसे प्रेम रख, और जदों असी प्रभु यीशु मसीह दे नाल प्रेम रखते हैं फिर असी भावें 2 सेकंड की प्रार्थना करिए साडी प्रार्थना सुनी जाऊगी। पर सानू फुरसत ही नहीं,
ਅਸੀਂ ਉਦੋਂ ਹੀ ਗਿੜਗਿੜਾਉਂਦੇ ਹਾਂ ਜਦੋਂ ਕਿਤੇ ਫਸ ਜਾਂਦੇ ਹਾਂ। ਪਰਮੇਸ਼ਵਰ ਦਾ ਵਚਨ ਸਾਨੂੰ ਦੱਸਦਾ, ਪਰਮੇਸ਼ਵਰ ਦਾ ਜਿਉਂਦਾ ਵਚਨ ਸਾਨੂੰ ਦੱਸਦਾ ਕਿ ਪ੍ਰਭੂ ਯੀਸ਼ੂ ਮਸੀਹ ਦੀ ਚਾਲ ਕੀ ਹੈ, ਪ੍ਰਭੂ ਯੀਸ਼ੂ ਮਸੀਹ ਕਿਸ ਰੀਤੀ ਦੇ ਨਾਲ ਚੱਲਦਾ, ਕਿਸ ਰੀਤੀ ਦੇ ਨਾਲ ਸਾਡੇ ਜੀਵਨ 'ਚ ਕੰਮ ਕਰਦਾ, ਕਿਸ ਰੀਤੀ ਦੇ ਨਾਲ ਸਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਰਹਿਣਾ ਚਾਹੁੰਦਾ, ਕਿਸ ਰੀਤੀ ਦੇ ਨਾਲ ਪਰਮੇਸ਼ਵਰ ਸਾਨੂੰ ਆਸ਼ੀਸ਼ ਦੇਣਾ ਚਾਹੁੰਦਾ, ਕਿਸ ਰੀਤੀ ਦੇ ਨਾਲ ਪਰਮੇਸ਼ਵਰ ਸਾਨੂੰ ਬਿਮਾਰੀਆਂ ਤੋਂ ਬਚਾਉਣਾ ਚਾਹੁੰਦਾ, ਕਿਸ ਰੀਤੀ ਦੇ ਨਾਲ ਪਰਮੇਸ਼ਵਰ ਸਾਨੂੰ ਮੁਕੱਦਮੇਬਾਜ਼ੀਆਂ ਤੋਂ ਬਚਾਉਣਾ ਚਾਹੁੰਦਾ, ਕਿਸ ਰੀਤੀ ਦੇ ਨਾਲ ਸਾਨੂੰ ਪਰਮੇਸ਼ਵਰ ਗਰੀਬੀ ਦੇ ਨਾਲ ਬਚਾਉਣਾ ਚਾਹੁੰਦਾ। ਅਸੀਂ ਜਾਣਦੇ ਨਹੀਂ। ਪਰਮੇਸ਼ਵਰ ਨੇ ਕਿਹਾ ਕਿ ਤੂੰ ਮੇਰੇ ਰਾਜ ਦੀ ਖੋਜ ਕਰ, ਇਸ ਸੰਸਾਰ ਦੀਆਂ ਵਸਤੂਆਂ ਤਾਂ ਤੈਨੂੰ ਆਪਣੇ ਆਪ ਮਿਲ ਜਾਣਗੀਆਂ। ਨਹੀਂ ਕਰਦੇ ਕੀ ਹੈ? ਪਰਮੇਸ਼ਵਰ ਦਾ ਇਸਤੇਮਾਲ ਆਪਦੀਆਂ ਜ਼ਰੂਰਤਾਂ ਵਾਸਤੇ। ਈਮਾਨਦਾਰੀ ਦੇ ਨਾਲ ਪਰਮੇਸ਼ਵਰ ਦੀ ਪ੍ਰਾਰਥਨਾ ਕਰੋ, ਈਮਾਨਦਾਰੀ ਦੇ ਨਾਲ ਪਰਮੇਸ਼ਵਰ ਦੇ ਵਚਨਾਂ ਨੂੰ ਗ੍ਰਹਿਣ ਕਰੋ, ਪ੍ਰਭੂ ਯੀਸ਼ੂ ਮਸੀਹ ਨੂੰ ਗ੍ਰਹਿਣ ਕਰੋ, ਤੁਸੀਂ ਚਮਤਕਾਰ ਦੇਖੋਗੇ। ਸਾਡਾ ਪਰਮੇਸ਼ਵਰ ਮਜ਼ਦੂਰੀ ਰੱਖਣ ਵਾਲਾ ਨਹੀਂ। ਪ੍ਰਭੂ ਯੀਸ਼ੂ ਮਸੀਹ ਦਾ ਜੀਵਨ ਬਿਲਕੁਲ ਪਾਕ ਪਵਿੱਤਰ ਸੀ। ਪ੍ਰਭੂ ਯੀਸ਼ੂ ਮਸੀਹ ਦੀ ਜੀਵਨ ਨੇ ਕਦੇ ਝੂਠ ਦਾ ਸਵਾਦ ਨਹੀਂ ਚੱਖਿਆ, ਔਰ ਅਸੀਂ ਹਰ ਗੱਲ 'ਤੇ ਝੂਠ ਬੋਲਦੇ ਹਾਂ। ਕਿਵੇਂ ਮੇਲ ਮਿਲਾਪ ਹੋਊਗਾ ਪਰਮੇਸ਼ਵਰ ਦੇ ਨਾਲ? ਪਰਮੇਸ਼ਵਰ ਨੇ ਸਾਨੂੰ रोमियो अध्याय 10 ਦੇ ਵਿੱਚ ਕਿਹਾ, वचन तेरे मुख में, तेरे निकट और तेरे मन में है। परमेश्वर ने वचन साढ़े नेड़े आसे पासे रखा होया, रब दे दासां दे द्वारा, कलीसिया दे द्वारा, और रब दे जिहड़े विश्वासी बच्चे ने उन्हां दे द्वारा। जदों असीं उन्हां दी संगति करदे हां तां वचन साढ़े नेड़े हुंदा, और जदों असीं वचन नूं पढ़दे हां तां ओह वचन साढ़े मुख दे विच हुंदा, और जदों असीं वचन नूं ग्रहण करदे हां तां ओह साढ़े मन दे विच हुंदा। आदि में वचन था, वचन परमेश्वर था, और वचन परमेश्वर के साथ था। जदों वचन साढ़े अंदर ग्रहण घर कर लूगा तो फिर साढ़े जीवन दे विच कोई व्याधि नहीं आउंदी। मैं बिल्कुल प्रैक्टिकल देखा होया। मैनू एक बारी बहुत ज़्यादा बुखार चढ़िया और मेरा पूरा शरीर तप रहा सी, लेकिन मैं देख रहा कि मेरे शरीर नूं कोई तकलीफ नहीं, मेरे शरीर 'ਚ कोई दर्द नहीं, मैनू कोई चक्कर नहीं आ रहा, मैनू कोई थकावट नहीं हो रही, मैनू कोई किसी तरह की कोई घबराहट नहीं हो रही। क्यों? मैनू उस टाइम समझ नहीं आया, पर बाद में जो वचन पढ़िया फिर मैनू पता लग्या कि परमेश्वर के वचन के द्वारा मेरे विच परमेश्वर की समर्थ है। सानू ये गल्लां चेते रखनियां पैणियां और साडे जीवन दे विच लागू करनियां पैणियां। परमेश्वर कोई मजाक नहीं, परमेश्वर कोई छोटी चीज़ नहीं। एक जगत का परमेश्वर साढ़े बूहे दे अगे खड़ा है और कहता तू मैनू सद के मैं अंदर आवां कि तेरे नाल गलबात करां, कि तेरे नाल मैं खावां पीवां। पर असी तां परमेश्वर की परवाह नहीं करते। असी परमेश्वर नूं अपनियां जरूरतां दे लई सिर्फ और सिर्फ इस्तेमाल करते हैं। परमेश्वर साडा फिर भी सानू दिंदा है, साडे ते दया करदा है। असी मंगदे हां, साडा परमेश्वर सानू दे दिंदा है और साडे कोलों वापस भी नहीं मंगदा। लेकिन साडा परमेश्वर चाहुंदा है कि मेरे विच बणिया रवे, मेरे विच बणिया रवे, मेरियां गल्लां इस दे जीवन दे विच होण, मेरे काम इस दे जीवन दे विच होण। प्रभु यीशु मसीह जो है ने भूत कढे, इसलिए नहीं कढे कि प्रभु यीशु मसीह नूं असीं भूत कढण वाला एक स्थापित कर दईए। असीं की करते हैं, अगर किसी दे विच दुष्ट आत्मा है साडे कोले लैके आउंदा है, मैं किसी भी रब दे दास नूं नहीं कहता, मैं अपने आप ते गल लैके तुहानूं दसदा कि अगर मान लो एक दुष्ट आत्मा दे द्वारा सताया होया बंदा मेरे कोले आउंदा तो मैं उहदे लई प्रार्थना करदा, हे दुष्ट तैनूं हुक्म है प्रभु यीशु मसीह दा, इसनूं छड्ड, अंधकार दे विच जा, मुड़ के ना आई, तैनूं यीशु मसीह दे नाम 'च हुक्म दिना, निकल, छड्ड, दौड़। प्रार्थना कीती, दुष्ट आत्मा चली गई और मैं उत्थों उस घर दे विच उठ के अपने घर पहुँचा नहीं, आजाद रास्ते दे विच ही दोबारा फोन आ जाता, पास्टर जी
ਉਹਦੇ 'ਚ ਤਾਂ ਦੁਸ਼ਟ ਆਤਮਾ ਫੇਰ ਆ ਗਈ। ਅਸੀਂ ਪ੍ਰਚਾਰ ਕੀ ਕਰਦੇ हैं, प्रभु यीशु मसीह के नाम से प्रार्थना करवाएं कि आप में से दुष्ट आत्माएं निकल जाएं। प्रभु यीशु मसीह के महिमा भरे नाम से दुष्ट आत्माएं निकल जाती हैं, आओ प्रार्थना करवाओ। कि प्रभु यीशु मसीह भूत कढ़ण वाला सी? जगत का परमेश्वर जो आद है, जो अंत है, जो अल्फा है, जो ओमेगा है, असी उसनूं किस तरीके दे नाल प्रपोज कर रहे हैं, किस तरीके दे नाल प्रमोट कर रहे हैं। प्रभु यीशु मसीह ने सिर्फ अपने आप नूं मसीह साबित होने वास्ते भूतां नूं कढ़िया और जीभ दे नाल एक शब्द नहीं बोलिया, सिर्फ इशारा किया और भूत चले गए। और जो प्रभु यीशु मसीह के नाम दे विच असी अगर बैठे हैं और साडे अंदर परमेश्वर का वचन है, प्रार्थना है, परमेश्वर की पवित्र आत्मा का अभिषेक है, तो दुष्ट की हिम्मत है रुकते हुए। प्रभु यीशु मसीह ने कहा मेरे चेले मेरे तो भी वध के काम करनगे, और असी एक भूत नूं कढ़ण वास्ते महीना महीना ला दिंदे तो साडी धार्मिकता कित्थे है। प्रभु यीशु मसीह ने सानू अपने पवित्र लहू के द्वारा शुद्ध किया, सानू धर्मी ठहराया, पर वो असी उसनूं एक बारी बपतिस्मा लिया जल दे विच डुबकी ला के और परमेश्वर नूं ग्रहण किया, पर उसकी जिहड़ी धार्मिकता सीगी उसनूं असी फिर तो मैला करता। जिवें असी एक कपड़े नूं 3-4 दिन पाउण तो बाद फिर दोबारा धोने, पर जदों असी परमात्मा की धार्मिकता नूं पहन तो लिया पर उसनूं असी दोबारा धोंदे नहीं, तो उत्थे काम किद्दां होणगे। असी पाप नूं निमंत्रण दिंदे हां साडे जीवन दे विच, आ मैनूं दुखी कर, आ मैनूं सता। आद और अंत परमेश्वर जिसका नाम सुन के भूत दौड़ जाते हैं। परमेश्वर का एक सच्चा दास शमशान घाट दे विच जाके पैर रखे और उसका पैर धरती ते टिकण तो पहला सारा शमशान घाट भूतों तो खाली हो जाना चाहिए है। वो रब का दास है। प्रभु यीशु मसीह ने मुर्दे खड़े किए, प्रभु यीशु मसीह ने झोले दे मारे हुए लकवे दे रोगी चंगे किए, प्रभु यीशु मसीह ने अन्ने चंगे किए, प्रभु यीशु मसीह ने बहरे चंगे किए, गूंगे चंगे किए। तो प्रभु यीशु मसीह ने इसलिए थोड़े किए सीगे कि कोई मैनू इस तरह प्रमोट करे कि मैं भूत कढ़ण वाला है, मैं गूंगिया नूं चंगा करन वाला है। परमेश्वर ने दिखाया कि अपने आप नूं साबित किया कि मैं मसीह हाँ। अगर तुसी मैनू वचन और आत्मा के जरिए ग्रहण करोगे तो आ चीज़ां थोड़े जीवन दे विच नहीं आणगियां, सिर्फ उंगली का इशारा करो और दौड़ जाणगियां। सिद्ध बनो, वचन नूं अपने नेड़े, अपने मन दे विच, अपने मुख दे विच रखो। फिर किसी पास्टर कोले जाण दी जरूरत नहीं, किसी भी दुख तकलीफ दे नाल सामना करन दी जरूरत नहीं, किसी भी वैरी शत्रु दे नाल लड़न दी जरूरत नहीं। भुखमरी गरीबी साडे नेड़े नहीं आ सकती। परमेश्वर नूं पूर्ण रीति दे नाल ग्रहण करो, वचन दे द्वारा, प्रार्थना दे द्वारा, परमेश्वर की पवित्र आत्मा दे द्वारा। साडा जीवन स्वार्थ नाल भरिया होया, और फिर साडा परमेश्वर सानू संसारिक चीज़ां देण वास्ते तैयार है, सानू मना नहीं करता परमेश्वर। फिर भी असी किसी दूजे कोलों मंगण दे विच विश्वास रखते हैं, परमेश्वर कोलों मंगण दे विच विश्वास नहीं रखते। किसी पड़ोसी कोलों जाके 5000 रुपया मंगांगे, 15 झूठ बोलांगे जी सानू एवें है एवें है एवें है। उन्होंने पता है भी मैं 20 दिनों च नहीं दे सकता, पर फिर भी उन्होंने कहूँगा जी मैं तुहानूं 10 दिनों च दे दूँगा और ब्याज भी दे दूँगा। पर साडा परमेश्वर जो साडे कोलों मंगदा ही नहीं वापस, और प्रभु की कहंदा मैं तेरे मंगण तो पहला जानदा। और फिर परमेश्वर ने की कहा, कहंदा तू मेरे नाम दे विच मेरे पिता कोलों जो मंगेगा वो तैनूं मिल जूगा, तेरा आनंद पूरा होऊगा। लेकिन उत्थे सानू सच बोलना पैंदा, सानू आत्मिक रीति ते मंगना पैंदा, परमेश्वर दे नेड़े होना पैंदा, तो सानू औखा लगदा।
ਸਾਨੂੰ प्रार्थना करनी औखी लगती है, ਸਾਨੂੰ वचन पढ़ना औखा लगता, ਸਾਨੂੰ बाइबल ਚੱਕਣੀ औखी लगती है। चर्च ਦੇ ਵਿੱਚ ਵੀ ਜਾਂਦੇ ਹਾਂ ਤਾਂ ਅਸੀਂ ਰੱਬ ਤੇ ਆਸਾਨ ਕਰਕੇ ਆਉਂਦੇ ਹਾਂ, ਘੜੀ ਦੇਖਦੇ ਰਹਿੰਦੇ ਹਾਂ, ਪਤਾ ਨਹੀਂ ਪਾਸਟਰ ਕਦੋਂ ਜਾਣ ਛੱਡੂਗਾ। ਤਾਂ ਕਿਵੇਂ ਆਊਗਾ ਸਾਡੇ ਜੀਵਨ ਦੇ ਵਿੱਚ ਛੁਟਕਾਰਾ? ਕਿਵੇਂ ਆਊਗਾ ਸਾਡੇ ਪਰਮੇਸ਼ਵਰ ਦਾ ਆਨੰਦ ਸਾਡੇ ਜੀਵਨ ਦੇ ਵਿੱਚ? ਕਿਵੇਂ ਮਿਲੂਗੀ ਸਾਨੂੰ ਪਰਮੇਸ਼ਵਰ ਦੀ ਸਮਰਥ? ਕਿਵੇਂ ਸਾਡਾ ਜੀਵਨ ਖੁਸ਼ਹਾਲ ਹੋਊਗਾ? ਕਿਸ ਤਰ੍ਹਾਂ ਅਸੀਂ ਗਰੀਬੀ ਤੋਂ ਛੁਟਕਾਰਾ ਪਾਵਾਂਗੇ? ਕਿਸ ਤਰ੍ਹਾਂ ਅਸੀਂ ਭੂਤ ਪ੍ਰੇਤ ਜਿਨ੍ਹਾਂ ਤੋਂ ਛੁਟਕਾਰਾ ਪਾਵਾਂਗੇ? ਕਿਸ ਤਰ੍ਹਾਂ ਅਸੀਂ ਲੜਾਈ ਝਗੜੇ ਤੋਂ ਛੁਟਕਾਰਾ ਪਾਵਾਂਗੇ? ਉਹ ਕਿਹੜਾ ਦਿਨ ਹੋਊਗਾ ਜਿਸ ਦਿਨ ਸਾਨੂੰ ਸੜਕ 'ਤੇ ਤੁਰਿਆ ਜਾਂਦਾ ਨੂੰ ਦੇਖ ਕੇ ਲੋਕ ਆਖਣਗੇ ਕਿ ਉਹ ਰੱਬ ਦਾ ਮਸੀਹ ਜਾਂਦਾ? ਸਾਨੂੰ ਇਹ ਆਖਣਾ ਚਾਹੀਦਾ ਹੈ ਕਿ ਮੈਂ ਰੱਬ ਦਾ ਮਸੀਹ ਹਾਂ। ਲੇਕਿਨ ਉਸ ਤੋਂ ਵੀ ਵੱਧ ਕੇ ਲੋਕ ਸਾਨੂੰ ਆਖਣ ਕਿ ਇਹ ਰੱਬ ਦਾ ਮਸੀਹ ਹੈ। ਸਾਡੀ ਚਾਲ, ਸਾਡੀ ਬੋਲਬਾਣੀ, ਸਾਡਾ ਉੱਠਣਾ ਬੈਠਣਾ, ਸਾਡੀਆਂ ਗੱਲਾਂ, ਸਾਡੇ ਕੰਮ, ਉਹ ਦੱਸਣਗੇ ਦੂਜੇ ਲੋਕਾਂ ਨੂੰ ਕਿ ਇਹ ਕੌਣ ਹੈ ਬੰਦਾ ਜੋ ਜਾ ਰਿਹਾ। ਅਸੀਂ ਆਪਦੇ ਜੀਵਨ ਨਾਲ ਸਾਨੂੰ ਦੱਸਣ ਦੀ ਜ਼ਰੂਰਤ ਨਹੀਂ। ਸਿਰਫ ਉਸ ਚਿੜੀ ਤੋਂ ਬਚੋ ਜੋ ਦਾਣਾ ਲੈ ਕੇ ਫੁਰ ਹੋ ਰਹੀ ਹੈ। ਪ੍ਰਾਰਥਨਾ ਦੇ ਵਿੱਚ ਬੈਠੋ, ਥੋੜ੍ਹਾ ਸਮਾਂ ਲਾਓ, ਮਨ ਦੇ ਨਾਲ ਲਾਓ, ਸਾਰੀ ਸ਼ਕਤੀ ਦੇ ਨਾਲ, ਸਾਰੇ ਪ੍ਰਾਣ ਦੇ ਨਾਲ। ਪਰਮੇਸ਼ਵਰ ਬਹੁਤ ਦਿਆਲ ਹੈ। ਪਰਮੇਸ਼ਵਰ ਸਾਡੇ 'ਤੇ ਦਿਆਲ ਹੈ। ਉਹ ਸਾਨੂੰ ਅਨੁਗ੍ਰਹਿਤ ਕਰ ਚੁੱਕਿਆ, ਸਾਨੂੰ ਆਸ਼ੀਸ਼ਿਤ ਕਰ ਚੁੱਕਿਆ, ਉਹ ਸਾਡੇ 'ਤੇ ਕਰੁਣਾ ਕਰ ਚੁੱਕਿਆ, ਉਹ ਸਾਨੂੰ ਮੌਤ ਤੋਂ ਛੁਡਾ ਚੁੱਕਿਆ, ਉਹ ਸਾਨੂੰ ਭੂਤ ਪ੍ਰੇਤਾਂ ਤੋਂ ਛੁਡਾ ਚੁੱਕਿਆ, ਉਹ ਸਾਨੂੰ ਗਰੀਬੀ ਤੋਂ ਛੁਡਾ ਚੁੱਕਿਆ, ਉਹ ਸਾਨੂੰ ਮੁਕੱਦਮੇਬਾਜ਼ੀਆਂ ਤੋਂ ਛੁਡਾ ਚੁੱਕਿਆ। ਉਹ ਪਰਮੇਸ਼ਵਰ ਨੇ ਕਿਹਾ ਤੇਰਾ ਮੁਕੱਦਮਾ ਮੈਂ ਲੜੂੰਗਾ। ਸਾਡੇ ਜੀਵਨ 'ਚ ਕਿਹੜਾ ਮੁਕੱਦਮਾ ਜਦੋਂ ਸਾਡਾ ਪਰਮੇਸ਼ਵਰ ਨੇ ਲੜ ਲਿਆ? ਪ੍ਰਭੂ ਯੀਸ਼ੂ ਮਸੀਹ ਨੇ ਕਰੂਸ 'ਤੇ ਕਿਹਾ ਸਭ ਕੁਝ ਪੂਰਾ ਹੋਇਆ। ਜੋ ਵਿਵਸਥਾ ਸੀ ਪਰਮੇਸ਼ਵਰ ਨੇ ਸਾਰੀ ਪੂਰੀ ਕੀਤੀ। ਉਹਨੂੰ ਲੋਪ ਕਰਨ ਵਾਸਤੇ ਨਹੀਂ ਆਇਆ, ਪਰਮੇਸ਼ਵਰ ਉਹਨੂੰ ਪੂਰੀ ਕਰਨ ਵਾਸਤੇ ਆਇਆ। ਸਾਰੀ ਵਿਵਸਥਾ ਪੂਰੀ ਕੀਤੀ। ਸਾਡੇ ਉਦਾਰ ਦੇ ਜਿੰਨੇ ਕੰਮ ਸੀ, ਸਾਡੇ ਜੀਵਨ ਦੇ ਵਿੱਚ ਜਿੰਨੇ ਸੰਕਟ ਸੀ, ਦੁੱਖ ਸੀ, ਭੁੱਖਮਰੀ, ਗਰੀਬੀ, ਕਲੇਸ਼, ਸ਼ਤਰੂਤਾ, ਸ਼ੈਤਾਨ, ਨਸ਼ੇਬਾਜ਼ੀ, ਮੌਤ, ਜੋ ਕੁਛ ਵੀ ਸੀਗਾ ਪਰਮੇਸ਼ਵਰ ਨੇ ਸਭ ਨਸ਼ਟ ਕਰਕੇ ਪੂਰਾ ਕਰਤਾ। ਪਰ ਅਸੀਂ ਉੱਥੇ ਦੇ ਉੱਥੇ, ਕਿਉਂਕਿ ਪਰਮੇਸ਼ਵਰ ਨੇ ਤਾਂ ਸਾਨੂੰ ਗ੍ਰਹਿਣ ਕਰ ਲਿਆ। ਉਹ ਜੋਤੀ ਜਗਤ ਦੇ ਵਿੱਚ ਆਈ, ਪਰ ਅਸੀਂ ਪਰਮੇਸ਼ਵਰ ਨੂੰ ਆਤਮਿਕ ਰੀਤੀ 'ਤੇ ਗ੍ਰਹਿਣ ਨਹੀਂ ਕੀਤਾ। ਅਸੀਂ ਸਿਰਫ ਪਰਮੇਸ਼ਵਰ ਨੂੰ ਆਪਣੇ ਕੰਮਾਂ ਦੇ ਲਈ ਇਸਤੇਮਾਲ ਕੀਤਾ। ਅੱਜ ਦੇ ਸਮੇਂ ਦੇ ਵਿੱਚ ਕੋਈ ਕਿਸੇ ਨੂੰ 100 ਰੁਪਈਆ ਨਹੀਂ ਦਿੰਦਾ, ਅਗਰ ਦੇਵੇ ਤਾਂ ਸ਼ਾਮ ਤੋਂ ਪਹਿਲਾਂ ਮੰਗਣ ਆ ਜਾਊਗਾ। ਪ੍ਰਭੂ ਯੀਸ਼ੂ ਮਸੀਹ ਨੇ ਆਪਣੀ ਜਾਨ ਦਿੱਤੀ, ਉਹ ਵੀ ਕੋੜੇ ਖਾ ਕੇ, ਦੁੱਖ ਉਠਾ ਕੇ, ਹੱਥਾਂ ਪੈਰਾਂ 'ਚ ਕਿੱਲ ਠੁਕਵਾ ਕੇ, ਬੱਖੀ 'ਚ ਬਰਛਾ ਖਾ ਕੇ, ਕੰਡਿਆਂ ਦਾ ਤਾਜ ਪਹਿਨ ਕੇ, ਅਪਮਾਨ ਬਰਦਾਸ਼ਤ ਕਰਕੇ, ਸੂਲੀ 'ਤੇ ਚੜ੍ਹ ਕੇ ਤੜਪਿਆ, ਮਰ ਕੇ ਕਬਰ ਦੇ ਵਿੱਚ ਗਿਆ, ਤੀਜੇ ਦਿਨ ਜਿਉਂਦਾ ਹੋਇਆ। ਇੱਕ ਵਾਰੀ ਨਹੀਂ ਸੁਣਾਇਆ ਕਿਸੇ ਨੂੰ। ਕਿਉਂ? ਕਿਉਂਕਿ ਉਸ ਦਾ ਮਕਸਦ ਸਾਨੂੰ ਬਚਾਉਣਾ ਹੈ, ਪਰ ਸਾਡਾ ਮਕਸਦ ਪਰਮੇਸ਼ਰ ਨੂੰ ਇਸਤੇਮਾਲ ਕਰਨਾ ਹੈ, ਬਚਣਾ ਨਹੀਂ। ਜੋ ਬੰਦਾ ਆਪਣੀ ਭਲਾਈ ਨਹੀਂ ਕਰ ਸਕਦਾ, ਉਸ ਤੋਂ ਦੂਸਰਾ ਬੰਦਾ ਕੀ ਉਮੀਦ ਕਰੂਗਾ ਕਿ ਮੇਰਾ ਭਲਾ ਕਰ ਦੂਗਾ? ਪਹਿਲਾਂ ਆਪਣਾ ਭਲਾ ਕਰਨਾ ਸਿੱਖੋ। ਆਪਣੇ ਪਰਮੇਸ਼ਵਰ ਕੋਲੇ ਆਪ ਨੇੜੇ ਹੋ ਕੇ ਬੈਠੋ। ਵਚਨ ਦੇ ਦੁਆਰਾ, ਪ੍ਰਾਰਥਨਾ ਦੇ ਦੁਆਰਾ, ਪਵਿੱਤਰ ਆਤਮਾ ਦੇ ਦੁਆਰਾ ਪਰਮੇਸ਼ਵਰ ਦੇ ਅਭਿਸ਼ੇਕ ਨੂੰ ਪਾਓ। ਕੋਈ ਔਖਾ ਨਹੀਂ। ਪਰਮੇਸ਼ਵਰ ਕਹਿੰਦਾ ਨਾ ਸੁਰਤੀ ਲਾ, ਨਾ ਧਿਆਨ ਨਾਲ, ਨਾ ਸਮਾਧੀ ਲਾ, ਕੁਛ ਨਾ ਕਰ, ਮੈਂ ਰੱਬ ਹਾਂ, ਮੈਂ ਹੀ ਤੇਰੇ ਕੋਲੇ ਆ ਜਾਊਂਗਾ, ਤੂੰ ਮੇਰੇ ਕੋਲੇ ਨਹੀਂ ਆ ਸਕਦਾ। ਧੰਨਵਾਦ ਦੀ ਭੇਂਟ ਇਦੋਂ ਸਸਤਾ ਰੱਬ ਕਿੱਥੇ ਮਿਲਦਾ? ਸਾਡੀ ਧਾਰਮਿਕਤਾ ਫਟੇ ਹੋਏ ਚਿੱਥੜਿਆਂ ਵਰਗੀ ਨਾ ਬਣੀ ਰਹੇ। ਪ੍ਰਾਰਥਨਾ ਕਰੋ, ਸਿੱਧ ਬਣੋ, ਬਚਨ ਨੂੰ ਆਪਣੇ ਨੇੜੇ ਰੱਖੋ, ਆਪਣੇ ਮੁੱਖ ਦੇ ਵਿੱਚ ਰੱਖੋ, ਆਪਣੇ ਮਨ ਦੇ ਵਿੱਚ ਰੱਖੋ। ਪਰਮੇਸ਼ਵਰ ਦੀ ਸੰਗਤੀ ਕਰੋ, ਚਰਚ ਦੇ ਵਿੱਚ ਜਾਓ, ਰੱਬ ਦੇ ਦਾਸਾਂ ਕੋਲੋਂ ਪਰਮੇਸ਼ਵਰ ਦੀਆਂ ਗੱਲਾਂ ਸੁਣੋ। ਜੋ ਵਿਸ਼ਵਾਸੀ ਆਪ ਦੇ ਵਿੱਚ ਬੈਠ ਕੇ ਇੱਕ ਦੂਸਰੇ ਵਾਸਤੇ ਪ੍ਰਾਰਥਨਾ ਕਰੋ, ਮੇਲ ਮਿਲਾਪ ਰੱਖੋ। ਪਰਮੇਸ਼ਵਰ ਬਰਕਤਾਂ ਦੇ ਭੰਡਾਰ ਖੋਲ੍ਹ ਦੂਗਾ। ਪਰਮੇਸ਼ਵਰ ਨੇ ਵਚਨ ਦੇ ਵਿੱਚ ਆਖਿਆ ਵੀ ਹੈ, ਸਾਨੂੰ ਸਮਝ ਨਹੀਂ ਆਉਂਦਾ। ਪਰਮੇਸ਼ਵਰ ਕਹਿੰਦਾ ਜੋ ਕੁਛ ਮੇਰਾ ਹੈ ਉਹ ਤੇਰਾ ਹੀ ਤਾਂ ਹੈ।
सारी पृथ्वी ते परमेश्वर नूं अधिकार, और वही अधिकार परमेश्वर ने सानू दिता, और असीं एक साइकिल भी नहीं खरीद सकते। इन्हां गल्लां ते ध्यान करो, वचन दे नेड़े होवो, प्रार्थना दे नेड़े होवो, मन चित ला के वचन पढ़ो, बाइबल नूं एक दिन दे विच एक वारी जरूर पढ़ो, और 2 समय प्रार्थना करो। और तुसी देखोगे कि तुसी 10 मिनट प्रार्थना की, 5 दिनों बाद तुसी 1 घंटा प्रार्थना की, अखां खोलियां घड़ी देखी, हैरान हो जाओगे, मैनूं तां ऐ लगदा 10 मिनट होए। परमेश्वर दे नाल समां बिताओ, कोई भी व्याधि जीवन दे विच नहीं रहना। प्रभु तुहानूं इस वचनां दे द्वारा, इन्हां गल्लां बातां दे द्वारा आशीष देवे, हर एक मुसीबत तो छुटकारा देवे, हर एक रोग बीमारी तो छुटकारा देवे, अंधकार की हर एक शक्ति तुहाडे जीवन दे विचों निकल जावे, निर्बुद्धिता निकल जावे, हठीली आत्मा तुहानूं छड्ड के जावे। परमेश्वर की आत्मा के द्वारा तुहाडी आत्मा का मेल मिलाप होवे, परमेश्वर दीयां गल्लां तुहाडे जीवन दे विच रखियां जाण और तुहानूं समझ आउण, और परमेश्वर की आत्मा के लिए तुहाडा आत्मा तड़फे, और तुसीं प्रार्थना दे विच बैठो, और संपन्नता तुहाडे जीवन दे विच प्रभु यीशु मसीह के द्वारा। मैं तुहाडे सारिਆਂ दे लिए प्रार्थना करदा, और मेरे पिता जिसने मेरे नाल बहुत प्रेम किया, मैं उन्हां दे अगे अपनी प्रार्थना रखदा कि हे पिता, धन है तू जो मेरी सुन ली, क्योंकि मैं जानदा हाँ प्रभु कि तू मेरी हर बार सुन लेना। परमेश्वर जो भी भैन भाई अज इस प्रचार नूं सुने, प्रभु तेरे द्वारा बहुतायत दे विच आशीष पावे, छुटकारा पावे, तेरा आनंद और तेरी समर्थ नूं पावे। पिता परमेश्वर तेरी पवित्र आत्मा नूं पावे। प्रभु सारे भैन भरावां नूं जय मसीह, प्रभु यीशु मसीह के पवित्र नाम दे विच आमीन।